आगे बढ़ो। ਇਹ ਹਨ ਬਾਲ ਹਰਗੋਬਿੰਦ ਸਾਹਿਬ ਜੋ ਕਿ ਬਾਬਾ ਬੁੱਢਾ ਜੀ ਤੋਂ ਸ਼ਸਤਰ ਵਿਦਿਆ ਲੈ ਰਹੇ ਨੇ। ਇਹਨਾਂ ਦਾ ਪ੍ਰਕਾਸ਼ ਜ਼ਿਲ੍ਹਾ ਅੰਮ੍ਰਿਤਸਰ ਗੁਰੂ ਦੀ ਵਡਾਲੀ ਵਿਖੇ ਹੋਇਆ। ਕਦੋਂ ਤੱਕ ਲੱਕੜ ਦੀ ਤਲਵਾਰਾਂ ਨਾਲ ਖੇਡਦੇ ਰਾਂਗੇ? ਸਾਨੂੰ ਹੁਣ ਅਸਲੀ ਤਲਵਾਰਾਂ ਚਾਹੀਦੀਆਂ। ਪਹਿਲਾਂ ਜੋ ਸਿਖਾਇਆ ਜਾ ਰਿਹਾ ਹੈ ਉਸ ਤੇ ਧਿਆਨ ਦਿਓ। ਅਸਲੀ ਤਲਵਾਰਾਂ ਬਾਅਦ 'ਚ। ਉਹਨੂੰ ਚੁੱਕੋ ਤੇ ਅਭਿਆਸ ਜਾਰੀ ਰੱਖੋ। ਬਾਲ ਹਰਗੋਬਿੰਦ ਸਾਹਿਬ ਜੀ ਦੇ ਬਚਪਨ ਵਿੱਚ ਗੁਰੂ ਕਰਦੇ ਦੋਖੀਆਂ ਵੱਲੋਂ ਉਹਨਾਂ ਨੂੰ ਖਤਮ ਕਰਨ ਦੀਆਂ ਕਈ ਨਾਕਾਮ ਕੋਸ਼ਿਸ਼ਾਂ ਕੀਤੀਆਂ ਗਈਆਂ। ਲਾਹੌਰ ਦੀ ਸੇਵਾ ਤੋਂ ਉਪਰੰਤ ਪੰਚਮ ਪਾਤਸ਼ਾਹ ਜੀ ਪਰਿਵਾਰ ਸਮੇਤ ਅੰਮ੍ਰਿਤਸਰ ਸਾਹਿਬ ਵਿੱਚ ਆ ਗਏ। ਮਹਾਮਾਰੀ ਦਾ ਖਤਰਾ ਤਾਂ ਟਲ ਗਿਆ ਸੀ, ਪਰ ਗੁਰੂ ਦੋਖੀਆਂ ਵੱਲੋਂ ਮਹਾਜੰਗ ਨਿਰੰਤਰ ਜਾਰੀ ਸੀ। सत करतार जी। ਸਤਿਕਰਤਾਰ ਜੀਓ, ਬੜੇ ਦੇਰ ਬਾਅਦ ਦਰਸ਼ਨ ਦਿਦਾਰੇ ਹੋਏ ਨੇ। ਬਸ ਜੀ, ਕੰਮਾਂ ਕਾਜਾਂ ਤੋਂ ਵੇਲ ਹੀ ਨਹੀਂ ਮਿਲਦਾ। ਅੱਜ ਵੀ ਐਸੇ ਬੱਚੇ ਦੇ ਸਬੱਬੀ ਆਇਆ। ਇਹ ਬਾਲਕ ਕੌਣ ਹੈ? ਇਹ ਭਾਈ ਵਸਨ ਜੀ ਦਾ ਬੇਟਾ ਹੈ, ਸੁਰ ਸਿੰਘ ਵਾਲੇ। ਛੋਟੀ ਉਮਰੇ ਬੁਰੀ ਸੰਗਤ ਵਿੱਚ ਪੈ ਗਿਆ ਸੀ। ਜੇ ਗੁਰੂ ਸਾਹਿਬ ਜੀ ਦਾ ਹੱਥ ਸਿਰ ਤੇ ਹੋਵੇ ਤੇ ਨੇਕੀ ਦੀ ਰਾਹ ਤੇ ਚੱਲ ਸਕਦਾ। ਪੰਚਮ ਪਾਤਸ਼ਾਹ ਜੀ ਨੇ ਫਰਮਾਇਆ ਕਿ ਭਵਿੱਖ ਵਿੱਚ ਗੁਰੂ ਨਾਨਕ ਕਰ ਦੀ ਰਹਿਮਤ ਸਦਕਾ ਭਾਈ ਬਿਧੀ ਚੰਦ ਜੀ ਨਾਨਕ ਨਿਰਮਲ ਪੰਥ ਦਾ ਪਰਚਮ ਬੁਲੰਦ ਕਰਨਗੇ। ਸ਼੍ਰੀ ਰਾਮਸਰ ਸਾਹਿਬ ਦੇ ਪਵਿੱਤਰ ਸਥਾਨ ਤੇ 1604 ਈਸਵੀ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਆਦਿ ਬੀੜ ਦਾ ਸੰਕਲਨ ਤੇ ਸੰਪਾਦਨ ਕਰਕੇ ਸੰਪੂਰਨ ਕੀਤਾ। ਗੁਰੂ ਘਰ ਦੇ ਅਨੰਦ ਸੇਵਕ ਬਾਬਾ ਬੁੱਢਾ ਜੀ ਨੂੰ ਸ਼੍ਰੀ ਆਦਿ ਗ੍ਰੰਥ ਦੇ ਪਹਿਲੇ ਗ੍ਰੰਥੀ ਵਜੋਂ ਸੇਵਾ ਨਿਭਾਉਣ ਦਾ ਸੌਭਾਗ ਪ੍ਰਾਪਤ ਹੋਇਆ। संता के कारज आप खलोया, संता के कारज आप खलोया,
हर कम करावण आया राम, हर कम करावण आया राम। संता के कारज आप खलोया, संता के कारज आप खलोया। तरत सुहावी ताल सुहावा, तरत सुहावी ताल सुहावा। विच अमृत जल छाया राम, विच अमृत जल छाया राम। संता के कारज ਹਜ਼ੂਰ ਪ੍ਰਕਾਸ਼ ਕਰ ਦਿੱਤਾ ਹਰ ਮੰਦਰ 'ਚ। ਹਰ ਮਜ਼ਹਬ ਦੇ ਲੋਕ ਉੱਥੇ ਮੱਥਾ ਟੇਕਣ ਜਾ ਰਹੇ ਨੇ, ਤੁਸੀਂ ਨਹੀਂ ਗਏ? ਭਾਈ ਤੁਸੀਂ ਤਾਂ ਉਹਨਾਂ ਦੇ ਭਰਾ ਹੋ। ਹੁਣ ਮੁਗਲਾਂ ਨੂੰ ਨੀਂਦ ਤੋਂ ਜਗਾਉਣਾ ਪਏਗਾ। ਆਲਮਪਨਾ ਉੱਠੇ ਹੋਏ ਸਿਰ ਜੇ ਅੱਜ ਹੀ ਕਲਮ ਨਾ ਕੀਤੇ ਗਏ ਤਾਂ ਬਗਾਵਤ ਕੱਲ ਨੂੰ ਦੁਬਾਰਾ ਵੀ ਹੋ ਸਕਦੀ ਹੈ। ਖੁਸਰੋ ਦੀ ਬਗਾਵਤ 'ਚ ਅਰਜਨ ਦੇਵ ਦਾ ਹੀ ਹੱਥ ਸੀ। ਸਾਨੂੰ ਜਲਦ ਤੋਂ ਜਲਦ ਉਹਨਾਂ ਦੇ ਖਿਲਾਫ ਕੋਈ ਸਖਤ ਕਦਮ ਚੁੱਕਣੇ ਪੈਣਗੇ। ਆਸ਼ੀਰਵਾਦ ਤੇ ਬਦਦੁਆਵਾਂ ਦੇ ਨਾਲ ਤਖਤ ਨੇ ਹਿੱਲਿਆ ਕਰਦੇ। ਜੰਗ ਜਿੱਤਣ ਦੇ ਲਈ ਜੰਗਜੂ ਤਾਕਤ ਦੀ ਜ਼ਰੂਰਤ ਹੁੰਦੀ ਹੈ, ਜੰਗਜੂ ਤਾਕਤ ਦੀ। ਇਹ ਪੀਰਾਂ ਫਕੀਰਾਂ ਦੀ ਖੇਡ ਨਹੀਂ ਹੈ। ਹਜ਼ੂਰੇ ਆਲਾ ਚੰਦੂ ਸ਼ਾਹ ਤੇ ਪ੍ਰੀਤੀ ਚੰਦ ਆਏ ਨੇ। ਜਹਾਂਗੀਰ ਨੇ ਤਖਤ ਤੇ ਆਪਣੀ ਪਕੜ ਮਜ਼ਬੂਤ ਕਰ ਲਈ ਹੈ। ਸਿਆਸੀ ਮਾਹੌਲ ਹੁਣ ਬਦਲਣ ਵਾਲਾ ਹੈ। ਹਜ਼ੂਰ ਜੇ ਖੁਸਰੋ ਦੀ ਬਗਾਵਤ ਵਿੱਚ ਅਸੀਂ ਖੁਸਰੋ ਦੇ ਕਿਸੇ ਵੀ ਸਾਥੀ ਨੂੰ ਨਹੀਂ ਬਖਸ਼ਿਆ ਤਾਂ ਇਹਨਾਂ ਨੂੰ ਕਿਉਂ ਬਖਸ਼ੀਏ? ਹਜ਼ੂਰ ਹੋਰ ਤਾਂ ਹੋਰ ਇਹਨਾਂ ਨੇ ਆਪਣਾ ਵੱਖਰਾ ਦਰਬਾਰ ਵੀ ਸਜਾ ਲਿਆ ਹੈ, ਜਿੱਥੇ ਸਾਰੇ ਧਰਮਾਂ ਦੇ ਲੋਕ ਮੱਥਾ ਟੇਕ ਰਹੇ ਨੇ। ਮੱਥਾ ਹਾਂ ਸਮਝਦਾ ਮੈਂ। ਕਈ ਅਰਸੇ ਤੋਂ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਇਹ ਆਪਣੇ ਧਰਮ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਨੇ। ਹਜ਼ੂਰ ਮੈਨੂੰ ਤਾਂ ਲੱਗਦਾ ਇਹ ਧਰਮ ਦੀ ਆੜ 'ਚ ਆਪਣੀ ਤਾਕਤ ਵਧਾ ਰਹੇ ਨੇ। ਵੇਖਣਾ ਹਜ਼ੂਰ ਕਿਤੇ ਕੱਲ ਨੂੰ। ਬਸ ਹੁਣ ਸੁਣਿਆ ਹੈ ਕਿ ਖੁਸਰੋ ਨੂੰ ਅੰਨਾ ਕਰ ਦਿੱਤਾ ਗਿਆ ਹੈ ਤੇ ਉਹ ਆਗਰੇ ਦੇ ਕਿਸੇ ਕੈਦਖਾਨੇ 'ਚ ਆਪਣੀ ਮੌਤ ਦਾ ਇੰਤਜ਼ਾਰ ਕਰ ਰਿਹਾ ਹੈ। ਜੇ ਜਹਾਂਗੀਰ ਆਪਣੇ ਪੁੱਤਰ ਖੁਸਰੋ ਨਾਲ ਇਹ ਸਲੂਕ ਕਰ ਸਕਦਾ ਹੈ ਤੇ ਸਾਡੇ ਨਾਲ ਤਾਂ ਕੁਝ ਵੀ ਕਰ ਸਕਦਾ ਹੈ। ਇਸ ਦੁਕਾਨੇ ਬਾਤਿਲ ਨੂੰ ਖਤਮ ਕਰਨ ਦਾ ਵਕਤ ਆ ਗਿਆ ਹੈ। ਆਲਮਪਨਾ ਬਾਦਸ਼ਾਹ ਹਿੰਦ ਜਹਾਂਗੀਰ ਨੇ ਅਰਜਨ ਦੇਵ ਨੂੰ ਲਾਹੌਰ ਕਿਲੇ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਬਾਦਸ਼ਾਹ ਦਾ ਹੁਕਮ ਹੈ, ਜਾਣਾ ਤਾਂ ਪਵੇਗਾ ਹੀ। ਮੁਗਲ ਬਾਦਸ਼ਾਹ ਦਾ ਹੁਕਮ ਆਉਂਦਿਆਂ ਹੀ ਗੁਰੂ ਜੀ ਨੂੰ ਅੰਦੇਸ਼ਾ ਹੋ ਗਿਆ ਸੀ
ਕਿ ਲਾਹੌਰ ਜਾ ਕੇ ਵਾਪਸੀ ਦੀ ਉਮੀਦ ਨਹੀਂ ਹੈ। ਆਉਣ ਵਾਲੇ ਵਕਤ ਨੂੰ ਮਹਿਸੂਸ ਕਰਦਿਆਂ ਗੁਰੂ ਅਰਜਨ ਦੇਵ ਜੀ ਨੇ ਧਰਮ ਅਤੇ ਮਜਲੂਮਾਂ ਦੀ ਰਾਖੀ ਲਈ ਹਰਗੋਬਿੰਦ ਸਾਹਿਬ ਨੂੰ ਸ਼ਸਤਰਧਾਰੀ ਹੋਣ ਦਾ ਵਚਨ ਕਰਦਿਆਂ ਤਲਵਾਰ ਦਿੱਤੀ। ਗੁਰੂ ਅਰਜਨ ਦੇਵ ਜੀ ਦੇ ਨਾਲ ਕੁਝ ਸਿੱਖ ਸ਼ਰਧਾਲੂ ਵੀ ਲਾਹੌਰ ਲਈ ਰਵਾਨਾ ਹੋ ਗਏ। ਹੈ ਆ ਤਾਂ ਉਹੀ ਸੰਤ ਆ ਜਿਨ੍ਹਾਂ ਨੇ ਲਾਹੌਰ ਨੂੰ ਹੈਜਾ ਮੁਕਤ ਕੀਤਾ ਸੀ। ਭਾਈਜਾਨ, ਇਹ ਤਾਂ ਬਿਮਾਰ ਲੋਕਾਂ ਨੂੰ ਰੋਟੀ ਵੀ ਖਵਾਉਂਦੇ ਸੀ ਤੇ ਇਹਨਾਂ ਦੀ ਵਜ੍ਹਾ ਕਰਕੇ ਮੈਂ ਅੱਜ ਜੀਂਦਾ ਹਾਂ। ਪਰ ਇਹਨਾਂ ਨੂੰ ਫੜ ਕੇ ਕਿਉਂ ਲਿਜਾ ਰਹੇ ਆ? ਠਹਿਰੋ, ਤੁਸੀਂ ਇੱਥੇ ਹੀ ਰੁਕੋ। ਖਾਨ ਮੁਰਤਜ਼ਾ ਇੱਥੇ ਆਉਂਦੇ ਹੀ ਹੋਣਗੇ। ਭਾਈਜਾਨ, ਮੁਸਾਫਰਾਂ ਦੇ ਲਈ ਕੁਝ ਦਾਣੇ ਪਾਣੀ ਦਾ ਬੰਦੋਬਸਤ ਹੋ ਸਕਦਾ ਹੈ? ਮੇਰਾ ਕੰਮ ਆ ਤੁਹਾਡੇ ਤੇ ਨਜ਼ਰ ਰੱਖਣਾ, ਖਾਤਰਦਾਰੀ ਕਰਨਾ ਨਹੀਂ। ਉਹ ਭਾਈ, ਇਹਨਾਂ ਤੋਂ ਕੋਈ ਉਮੀਦ ਨਾ ਰੱਖੋ। ਮੈਨੂੰ ਤਾਂ ਕੋਈ ਹੋਰ ਹੀ ਗੱਲ ਲੱਗਦੀ ਹੈ। ਖੁਸ਼ਾਮਦੀਦ, ਖੁਸ਼ਾਮਦੀਦ। ਅਬ ਤੁਹਾਨੂੰ ਇੱਥੇ ਜਾਨਵਰਾਂ ਦੇ ਕੋਲ ਕਿੰਨੇ ਬਿਠਾਇਆ ਹੈ? ਅਸੀਂ ਜਾਣਦੇ ਹਾਂ ਕਿ ਅਜਿਹਾ ਸਲੂਕ ਕਿਹਦੇ ਕਹਿਣ ਤੇ ਹੋ ਰਿਹਾ। ਬਸ ਇਹ ਜਾਣਨਾ ਚਾਹੁੰਦੇ ਹਾਂ ਕਿ ਕਿਉਂ ਹੋ ਰਿਹਾ। ਵੇਖੋ, ਗੱਲ ਇੱਕਦਮ ਸਿੱਧੀ ਹੈ। ਖੁਸਰੋ ਨੂੰ ਤੇ ਤੁਸੀਂ ਜਾਣਦੇ ਹੀ ਹੋ। ਬਾਦਸ਼ਾਹ ਦੇ ਖਿਲਾਫ ਸ਼ਮਸ਼ੀਰ ਉਠਾਈ ਸੀ ਉਹਨੇ। ਸ਼ਮਸ਼ੀਰ ਤਾਂ ਖਾਮੋਸ਼ ਹੋ ਗਈ, ਪਰ ਹੁਣ ਅਜੇ ਹੋਰ ਵੀ ਕੰਮ ਕਰਨੇ ਬਾਕੀ ਨੇ। ਆਸ਼ੀਰਵਾਦ ਦੇਣਾ ਕੋਈ ਗੁਨਾਹ ਤਾਂ ਨਹੀਂ? ਹਾਂ, ਗੁਨਾਹ ਹੈ। ਬਾਗੀਆਂ ਨੂੰ ਆਸ਼ੀਰਵਾਦ ਦੇਣਾ ਗੁਨਾਹ ਹੈ, ਤੇ ਉਸ ਤੋਂ ਵੀ ਵੱਡਾ ਗੁਨਾਹ ਹੈ ਆਪਣਾ ਦਰਬਾਰ ਚਲਾਉਣਾ ਤੇ ਦੂਸਰੇ ਧਰਮ ਦੇ ਲੋਕਾਂ ਨੂੰ ਆਪਣੇ ਧਰਮ ਦੇ ਨਾਲ ਜੋੜਨਾ। ਡਰੋ ਨਹੀਂ, ਤੁਸੀਂ ਤੇ ਸੰਤ ਹੋ, ਦਰਵੇਸ਼ ਹੋ। ਬਹੁਤ ਸਾਰੇ ਲੋਕ ਤੁਹਾਨੂੰ ਮੰਨਦੇ ਨੇ, ਬੜੀ ਮੰਨਤਾ ਹੈ ਤੁਹਾਡੀ। ਵੇਖੋ, ਸਾਡਾ ਮਜ਼ਹਬ ਮਜ਼ਹਬੀ ਲੋਕਾਂ ਦਾ ਖੂਨ ਬਹਾਉਣ ਤੋਂ ਮਨਾ ਕਰਦਾ ਹੈ। ਤੁਹਾਡਾ ਖੂਨ ਨਹੀਂ ਬਹਿਣ ਦਿਆਂਗੇ ਅਸੀਂ। ਨਜ਼ਰਬੰਦ ਕਰ ਲਓ ਤੇ ਮਹਿਮਾਨ ਖਾਨੇ 'ਚ ਇਹਨਾਂ ਦਾ ਬੰਦੋਬਸਤ ਕਰੋ। ਜੇ ਤੁਸੀਂ ਕਹਿੰਦੇ ਹੋ ਕਿ ਪਰਮਾਤਮਾ ਇੱਕ ਹੈ, ਤਾਂ ਫਿਰ ਇਸਲਾਮ ਦਾ ਪ੍ਰਚਾਰ ਕਿਉਂ ਨਹੀਂ ਕਰਦੇ? गुरु साहब ने फरमाया, ना हम हिंदू ना मुसलमान, अल्लो राम के पिंड परान। ਤੁਹਾਨੂੰ ਅੰਦਾਜ਼ਾ ਨਹੀਂ ਹੈ ਕਿ ਇਸ ਨਾਫਰਮਾਨੀ ਦਾ ਨਤੀਜਾ ਕੀ ਹੋ ਸਕਦਾ ਹੈ। गुरु जी ने कहा, अगर एक परमात्मा ਦਾ ਪ੍ਰਚਾਰ ਕਰਨਾ ਗੁਨਾਹ ਹੈ ਤਾਂ ਅਸੀਂ ਉਸ ਦੇ ਗੁਨਾਹਗਾਰ ਹਾਂ। ਫਿਰ ਯਾਸਾ ਦੇ ਕਾਨੂੰਨ ਦੇ ਮੁਤਾਬਿਕ ਸਜ਼ਾ ਭੁਗਤਣ ਦੇ ਲਈ ਤਿਆਰ ਕਰ ਲਓ ਆਪਣੇ ਇਸ ਗੁਰੂ ਨੂੰ। हुजूर, साईं मियां मीर जी आए ने। ਮੀਆਂ ਮੀਰ ਜੀ ਆਉਣ ਦਿਓ। ਦੇਖੋ,
ਤੁਸੀਂ ਇਹ ਗਲਤ ਕਰ ਰਹੇ ਹੋ। ਅੱਲਾ ਦੇ ਬੰਦਿਆਂ ਨਾਲ ਇਹ ਸਲੂਕ ਠੀਕ ਨਹੀਂ ਹੈ। ਸਾਈਂ ਜੀ ਕੀ ਠੀਕ ਹੈ ਤੇ ਕੀ ਠੀਕ ਨਹੀਂ ਹੈ ਇਹ ਤੇ ਬਾਦਸ਼ਾਹ ਜਾਣਦੇ ਨੇ। ਮੈਂ ਤਾਂ ਬਾਦਸ਼ਾਹ ਅੱਗੇ ਵੀ ਇਹੀ ਫਰਿਆਦ ਕਰਨਾ ਚਾਹੁੰਦਾ। ਬਾਦਸ਼ਾਹ ਸਾਨੂੰ ਹੁਕਮ ਕਰਕੇ ਕਸ਼ਮੀਰ ਰਵਾਨਾ ਹੋ ਚੁੱਕੇ ਨੇ। ਹੁਣ ਤੇ ਸਜ਼ਾ ਹੋ ਕੇ ਰਹੇਗੀ। ਇਹ ਕਹਿਰ ਹੋ ਰਿਹਾ ਹੈ, ਕਹਿਰ। ਯਾ ਅੱਲਾ, सुनो सब तैयार है? ਜੀ ਹਜ਼ੂਰ, ਸਭ ਤਿਆਰ ਹੈ। ਧਿਆਨ ਰੱਖਣਾ ਖੂਨ ਨਹੀਂ ਵਹਿਣਾ ਚਾਹੀਦਾ। ਕਾਫਰਾਂ ਨੂੰ ਲੈ ਕੇ ਆਓ। ਅਜੇ ਵੀ ਆਪਣਾ ਫੈਸਲਾ ਬਦਲ ਲਓ। ਅੱਲਾ ਦੇ ਬੰਦੇ ਦੇ ਨਾਲ ਇਹ ਕਹਿਰ ਨਾ ਕਰੋ, ਨਾ ਕਰੋ। ਚੰਗੇਜ਼ ਖਾਨ ਦੇ ਦਰਬਾਰ 'ਚ 3 ਸਜ਼ਾਵਾਂ ਹੁੰਦੀਆਂ ਸੀ। ਤਪਤ ਲੋ, ਤਪਤ ਬਾਲੂ, ਤਪਤ ਨੀਰ। अब ਜੇ ਮਨ ਡਰ ਰਿਹਾ ਹੈ ਤੇ ਅਜੇ ਵੀ ਵੇਲਾ ਹੈ। अब फैसला बदल लो, आखिरी मौका है। बस एक कदम पीछे लेना है। या अल्लाह, बल दिलों ते बैठने हर जन गुरु सड़दी रेता सीस दे पुआ रहे जबरां दी अग विच बैठे रबी नूर ने जो तेरा पाना मीठा लागे गा रहे मेरे पातशाह तवी बलदी ते बैठे क्यों हर अखरो पही तुसी मुस्कुराए क्यों सड़ छले हो गए मेहरा दे मालक दे खुदा ए कह
चलो लगाओ डुबकी। सूरज किरण मिले जल का जल हुआ, ज्योति ज्योत रली संपूर्ण थिया। सूरज किरण मिले जल का जल हुआ। ਹਜ਼ੂਰ, ਇਹਨਾਂ ਬਾਕੀ ਕਾਫਰਾਂ ਦਾ ਕੀ ਕਰਨਾ ਹੈ? ਵਾਪਸ ਜਾਣ ਦਿਓ ਇਹਨਾਂ ਨੂੰ। ਇਹੀ ਤੇ ਜਾ ਕੇ ਆਪਣੇ ਸਾਥੀਆਂ ਨੂੰ ਸੁਣਾਉਣਗੇ ਖੌਫ ਦੀ ਦਾਸਤਾਨ।